ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ। ਕੋਇ ਨ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਸੁਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ। ਸਦਾ ਪਿਰ ਰਾਵਹਿ ਆਪਣਾ, ਵਿਚਹੁ ਆਪ ਗਵਾਏ। ਸੁਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ। ਸਦਾ ਪਿਰ ਰਾਵਹਿ ਆਪਣਾ, ਵਿਚਹੁ ਆਪ ਗਵਾਏ। ਮੇਰੇ ਮਨ ਤੂੰ ਹਰ ਹਰ ਨਾਮ ਧਿਆਏ। ਸਤਿਗੁਰ ਮੋਕੋ ਹਰਿ ਦੀਆ ਬੁਝਾਏ। ਰਹਾਉ ਦੁਹਾਗਣੀ ਖਰੀਆਂ ਬਿਲ ਲਾਂਦੀਆਂ, ਤਿਨਾ ਮਹਿਲ ਨਾ ਪਾਏ। ਦੂਜੈ ਭਾਏ ਕਰੂਪੀ, ਦੁਖ ਪਾਵਹਿ ਆਗੈ ਆਏ। ਦੂਜੈ ਭਾਏ ਕਰੂਪੀ, ਦੁਖ ਪਾਵਹਿ ਆਗਹਿ ਜਾਏ। ਗੁਣਵੰਤੀ ਨਿਤ ਗੁਣ ਰਵੈ, ਹਿਰਦੈ ਨਾਮ ਵਸਾਏ। ਔਗਣਵੰਤੀ ਕਾਮਣੀ, ਦੁਖ ਲਾਗੈ ਬਿਲ ਲਾਏ। ਸਭਨਾ ਕਾ ਪਧਾਰ ਏਕ ਹੈ ਸੁਆਮੀ, ਕਹਿਣਾ ਕਿਛੂ ਨਾ ਜਾਏ। ਨਾਨਕ ਆਪੇ ਵੇਖ ਕੀਤੀਐਨ, ਨਾਮੇ ਲਯਨ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਮਹਾਂਵਾਕ ਅਨੁਸਾਰ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਹਰ ਰੋਜ਼ ਆਪ ਜੀ ਗੁਰੂ ਚਰਨਾਂ 'ਚ ਬੈਠ ਕੇ ਹਾਜ਼ਰੀਆਂ ਭਰ ਕੇ ਅਥਵਾ ਮੀਡੀਆ ਦੇ ਰਾਹੀਂ ਸਰਵਣ ਦਰਸ਼ਨ, ਗੁਰੂ ਸਾਹਿਬ ਜੀ ਦੇ ਇੱਕ ਪ੍ਰਤੱਖ ਦਰਸ਼ਨ ਹਨ ਜੋ ਨੇਤਰਾਂ ਦੁਆਰਾ ਹੁੰਦੇ ਹਨ। ਇੱਕ ਸਰਵਣ ਦਰਸ਼ਨ ਹਨ ਜੋ ਕੰਨਾਂ ਦੁਆਰਾ ਹੁੰਦੇ ਹਨ। ਵੈਸੇ ਗੁਰਬਾਣੀ ਵਿੱਚ ਮਹਾਰਾਜ ਨੇ ਸੁਣਨ ਦਾ ਮਾਤਮ ਜ਼ਿਆਦਾ ਦੱਸਿਆ ਹੈ। ਗੁਰੂ ਦੇ ਦਰਸ਼ਨਾਂ ਦਾ ਵੀ ਫਲ ਹੈ, ਨੇਤਰੀ ਸਤਿਗੁਰ ਪੇਖਣਾ। ਜਦੋਂ ਨੇਤਰਾਂ ਨਾਲ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ, ਗੁਰੂ ਖਾਲਸੇ ਦੇ, ਸੰਤਾਂ ਭਗਤਾਂ ਦੇ, ਗੁਰੂ ਮਹਾਰਾਜ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੇ ਹਾਂ,
ਸਰੋਵਰਾਂ ਬੌਲੀਆਂ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਕਰਦੇ ਹਾਂ। ਗੁਰੂ ਪੰਥ ਦੇ ਜੋੜ ਮੇਲਿਆਂ ਦੇ, ਗੁਰੂ ਕੀਆਂ ਸੰਗਤਾਂ ਦੇ, ਗੁਰੂ ਕੇ ਖਾਲਸੇ ਦੇ ਦਰਸ਼ਨ ਕਰਦੇ ਹਾਂ ਤਾਂ ਉਸ ਵੇਲੇ ਸਾਡੇ ਨੇਤਰ ਪਵਿੱਤਰ ਹੁੰਦੇ ਹਨ। ਨੇਤਰੀ ਸਤਿਗੁਰ ਪੇਖਣਾ, ਭਾਵਨਾ ਸ਼ਰਧਾ ਭਗਤੀ ਪੈਦਾ ਹੁੰਦੀ ਹੈ, ਪਰ ਗਿਆਨ ਦੀ ਪ੍ਰਾਪਤੀ ਸੁਣ ਕੇ ਹੀ ਹੁੰਦੀ ਹੈ। ਜਿਹੜਾ ਗੁਰੂ ਦੇ ਪ੍ਰਤੱਖ ਦਰਸ਼ਨ ਕਰਨ ਦਾ ਫਲ ਹੈ, ਨੇਤਰਾਂ ਦੁਆਰਾ ਜੋ ਵੀ ਸਾਧਨਾ ਕੀਤੀ ਜਾਂਦੀ ਹੈ ਉਹ ਦਰਸ਼ਨਾਂ ਦੀ ਸਾਧਨਾ ਹੈ। ਗੁਰਬਾਣੀ ਦਾ ਪਾਠ ਕਰਨਾ ਹੋਵੇ ਤਾਂ ਵੀ ਨੇਤਰਾਂ ਦੀ ਲੋੜ ਹੈ। ਅਤੇ ਗੁਰੂ ਸਾਹਿਬ ਜੀ ਦੇ ਅਸਥਾਨਾਂ ਦੇ, ਗੁਰਧਾਮਾਂ ਦੇ, ਗੁਰੂ ਘਰਾਂ ਦੇ, ਗੁਰੂ ਖਾਲਸੇ ਦੇ ਦਰਸ਼ਨ ਕਰਨੇ ਹੋਣ ਤਾਂ ਵੀ ਨੇਤਰਾਂ ਦਾ ਸਦਉਪਯੋਗ ਹੈ। ਪਰ ਗਿਆਨ ਦੀ ਪ੍ਰਾਪਤੀ ਉਹ ਸਰਵਣ ਨਾਲ ਹੋਵੇਗੀ। ਸਰਵਣ ਦਰਸ਼ਨ ਸੁਣ ਕੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼। ਸੋ ਵੱਡੇ ਭਾਗਾਂ ਵਾਲੇ ਗੁਰੂ ਕੇ ਸਿੱਖ ਗੁਰਬਾਣੀ ਸੁਣਦੇ ਹਨ। ਸੁਣ ਕੇ ਫਿਰ ਮੰਨਣਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਚਾਰ ਪੌੜੀਆਂ ਸੁਣਨ ਦੀਆਂ, ਚਾਰ ਮੰਨਣ ਦੀਆਂ, ਚਾਰ ਹੀ ਨਿਧਿਆਸਣ ਦੀਆਂ ਮਹਾਰਾਜ ਨੇ ਦੱਸੀਆਂ ਹਨ। ਪਰਮਾਤਮਾ ਬਾਰੇ ਸਰਵਣ ਕੀਤਾ, ਸੁਣ ਕੇ ਜਿਨ੍ਹਾਂ ਨੇ ਮੰਨ ਲਿਆ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਾਵਨ ਕੀ ਸੁਧ। ਕਿੰਨੀਆਂ ਪ੍ਰਾਪਤੀਆਂ ਮਹਾਰਾਜ ਨੇ ਮੰਨਣ ਦੀਆਂ। ਮੰਨੈ ਪਾਵਹਿ ਮੋਖ ਦੁਆਰ, ਮੁਕਤੀ ਦਾ ਦੁਆਰਾ ਪ੍ਰਾਪਤ ਕਰ ਲੈਂਦਾ। ਮੰਨੈ ਪਰਿਵਾਰੈ ਸਾਧਾਰ, ਆਪਣੇ ਪ੍ਰਤੱਖ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਵੀ ਸੁਧਾਰਦਾ ਹੀ ਹੈ। ਉੱਥੇ ਆਪਣੇ ਅੰਤःਕਰਨ ਦੀਆਂ ਬਿਰਤੀਆਂ, ਪੰਜ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਵੀ ਸਾਡਾ ਨੇੜਲਾ ਪਰਿਵਾਰ ਹੈ। ਜਿਹੜਾ ਸਭ ਤੋਂ ਨੇੜੇ ਪਰਿਵਾਰ ਹੈ ਉਹ ਤਾਂ ਇਹੀ ਹੈ। ਸਭ ਤੋਂ ਨੇੜੇ ਅਹੰਕਾਰ ਹੈ, ਫਿਰ ਚੇਤਾ ਹੈ, ਬੁੱਧੀ ਹੈ, ਫਿਰ ਮਨ ਹੈ। ਉਸ ਤੋਂ ਬਾਅਦ ਫਿਰ ਪੰਜੇ ਗਿਆਨ ਇੰਦਰੀਆਂ, ਫਿਰ ਕਰਮ ਇੰਦਰੀਆਂ, ਫਿਰ ਆ ਬਾਹਰ ਦਾ ਜਿੰਨਾ ਵੀ ਧੀਆਂ ਪੁੱਤ ਭੈਣ ਭਰਾ, ਫਿਰ ਇਸ ਤੋਂ ਪਰੇ 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 ਬਹੁਤ ਵੱਡਾ ਪਰਿਵਾਰ ਹੈ। ਜਿਸ ਦਾ ਵਾਹਿਗੁਰੂ ਦੇ ਸਰੂਪ ਨੂੰ ਮੰਨਣ ਦਾ ਪੱਖ ਪੂਰਾ ਹੋ ਗਿਆ, ਭਾਵ ਜਿਸ ਨੇ ਮੰਨ ਲਿਆ, ਸਰੂਪ ਨੂੰ ਜਾਣ ਲਿਆ, ਸੁਣ ਲਿਆ, ਫਿਰ ਮੰਨ ਲਿਆ। ਮਹਾਰਾਜ ਕਹਿੰਦੇ ਉਹਦਾ ਇਹ ਗਿਆਨ ਇੰਦਰੀਆਂ ਦਾ, ਕਰਮ ਇੰਦਰੀਆਂ ਦਾ, ਮਨ ਬੁੱਧ ਚਿੱਤ ਅਹੰਕਾਰ ਦਾ ਪਰਿਵਾਰ ਸੁਧਰ ਜਾਂਦਾ ਹੈ। ਉਸ ਤੋਂ ਬਾਅਦ ਆਲਾ ਦੁਆਲਾ ਪਰਿਵਾਰ ਦੇ ਜੀ ਗਾਂ ਦੀ ਗਾਂ ਉਹਦਾ ਪ੍ਰਭਾਵ ਪੈਂਦਾ ਹੈ। ਮੰਨੈ ਪਰਿਵਾਰ ਹੈ ਸਾਧਾਰ। ਸੋ ਜਿੱਥੇ ਮਹਾਰਾਜ ਨੇ ਸੁਣਨ ਦਾ ਫਲ ਦੱਸਿਆ ਹੈ, ਆਪ ਜੀ ਸੁਣਦੇ ਹੋ TV ਰਾਹੀਂ, Facebook ਰਾਹੀਂ, YouTube ਰਾਹੀਂ। ਗੁਰੂ ਸਾਹਿਬ ਦੀ ਬਾਣੀ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ। ਇੱਕ ਅੱਖਰ ਵੀ ਜੇ ਮਹਾਰਾਜ ਜੀ ਦੀ ਬਾਣੀ 'ਚੋਂ ਸਾਡੇ ਹਿਰਦੇ 'ਚ ਵਸ ਜਾਵੇ, ਸਾਡੀ ਆਤਮਾ ਪਰਮਾਤਮਾ ਨੂੰ ਮਿਲ ਸਕਦੀ ਹੈ, ਸਾਡਾ ਕਲਿਆਣ ਹੋ ਸਕਦਾ ਹੈ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਓ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਵਡਹੰਸ ਰਾਗ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਸੁਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ। ਸੁਹਾਗਣੀ ਉਹ ਇਸਤਰੀ, ਉਹ ਆਤਮਾ ਜਿਹੜੀ ਆਪਣੇ ਪਤੀ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਹੈ। ਇਸਤਰੀ ਜਾਤੀ ਦੇ ਕਈ ਰੂਪ ਗੁਰਬਾਣੀ 'ਚ ਮਹਾਰਾਜ ਨੇ ਦੱਸੇ ਹਨ। ਜਿੱਥੇ ਇਸਤਰੀ ਮਾਤਾ ਵੀ ਹੈ, ਇਸਤਰੀ ਭੈਣ ਵੀ ਹੈ, ਇਸਤਰੀ ਪਤਨੀ ਵੀ ਹੈ, ਧੀ ਵੀ ਹੈ। ਇਸਤਰੀ ਸੁਹਾਗਣ ਵੀ ਹੈ ਅਤੇ ਇਸਤਰੀ ਦੁਹਾਗਣ ਵੀ ਹੈ। ਜਿਹੜੀ ਦਵੈਤ ਭਾਵ ਵਿੱਚ ਹੈ, ਯਾਨੀ ਆਪਣੇ ਪਤੀ ਨੂੰ ਵੀ ਦੇਖਣਾ ਚਾਹੁੰਦੀ ਹੈ ਅਤੇ ਆਪਣੀ ਦ੍ਰਿਸ਼ਟੀ ਦੂਜੇ ਪਾਸੇ ਵੀ ਰੱਖਦੀ ਹੈ, ਉਹ ਦੁਵਿਧਾ ਵਿੱਚ ਹੈ, ਉਸ ਨੂੰ ਦੁਹਾਗਣ ਕਹਿੰਦੇ। ਜੋ ਦਵੈਤ ਦੀ ਅਗਨੀ 'ਚ ਸੜ ਰਹੀ ਹੋਵੇ, ਜਾਂ ਇੱਦਾਂ ਕਹਿ ਲਓ ਵੀ ਆਪਣੇ ਪਤੀ ਵੱਲੋਂ ਬੇਮੁਖ ਹੋ ਜਾਵੇ ਅਤੇ ਪਰ ਪੁਰਖੇ ਨਾਲ ਪਿਆਰ, ਉਸ ਨੂੰ ਦੁਹਾਗਣ ਕਹਿੰਦੇ ਹਨ। ਜਿਹੜੀ ਆਪਣੇ ਪਤੀ ਦੇ ਰੰਗ ਵਿੱਚ ਰੰਗੀ ਹੈ, ਸਹੁ ਦੇ ਰੰਗ ਵਿੱਚ ਰੰਗੀ ਹੈ, ਉਸ ਨੂੰ ਸੁਹਾਗਣ ਕਹਿੰਦੇ ਹਨ। ਮਹਾਰਾਜ ਕਹਿੰਦੇ ਸੁਹਾਗਣੀ ਸਦਾ ਮੁਖ ਉਜਲਾ। ਉਹਨਾਂ ਸੁਹਾਗਣੀਆਂ ਦਾ ਸਦਾ ਹੀ ਮੁਖ ਉਜਲਾ ਹੈ ਜਿਹੜੀਆਂ ਆਪਣੇ ਸਹੁੰ ਨੂੰ ਤਨ ਮਨ ਧਨ ਕਰਕੇ ਪ੍ਰੇਮ ਕਰਦੀਆਂ ਹਨ। ਗੁਰ ਕੈ ਸਹਿਜ ਸੁਭਾਏ। ਇੱਥੇ ਪਰਮਾਰਥੀ ਸੁਹਾਗਣੀਆਂ ਦੀ ਗੱਲ ਚੱਲ ਰਹੀ ਹੈ, ਜਿਨ੍ਹਾਂ ਨੇ ਪਰਮਾਤਮਾ ਰੂਪੀ ਸਹੁੰ ਨੂੰ, ਪਰਮੇਸ਼ਰ ਰੂਪੀ ਪਤੀ ਨੂੰ ਪ੍ਰਾਪਤ ਕਰਨਾ ਹੈ। ਉਹਨਾਂ ਨੂੰ ਗੁਰੂ ਵਿਚੋਲੇ ਦੀ ਲੋੜ ਹੈ। ਗੁਰ ਕੈ, ਗੁਰੂ ਦੇ ਲੜ ਲੱਗ ਕੇ, ਗੁਰੂ ਵਾਲੇ ਬਣ ਕੇ ਸਹਿਜ ਸੁਭਾਅ ਹੀ ਉਹਨਾਂ ਦਾ ਮੁਖ ਉਜਲਾ ਹੋ ਜਾਂਦਾ ਹੈ। ਸਹਿਜ ਸੁਭਾਅ ਹੀ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਅਨਵੈ ਕਰਕੇ ਅਰਥ ਖੁੱਲ੍ਹੇਗਾ, ਕਿਉਂਕਿ ਕਈ ਜਗ੍ਹਾ 'ਤੇ ਪੰਗਤੀਆਂ ਜਿਹੜੀਆਂ ਹਨ ਉਹ ਮਹਾਰਾਜ ਨੇ ਇਸ ਤਰੀਕੇ ਨਾਲ ਲਿਖੀਆਂ ਵੀ ਛੰਦ ਦੀ ਚਾਲ ਪੂਰੀ ਬਣੀ ਰਹੇ, ਮਾਤਰਾ ਦੇ ਵਿੱਚ ਵਾਧ ਘਾਟ ਨਾ ਹੋਵੇ। ਗੁਰਬਾਣੀ ਦਾ ਗਾਇਨ ਕਰਨ ਵਾਲਿਆਂ ਨੂੰ ਵੀ ਅਤੇ ਰਾਗ ਵਿਦਿਆ ਦੇ ਮਾਹਰਾਂ ਨੂੰ ਵੀ ਤੰਗੀ ਨਹੀਂ ਆਉਂਦੀ। ਜੇ ਇਹ ਨਾ ਹੋਵੇ ਤਾਂ ਵਾਰਤਕ ਵਿੱਚ ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਉਸ ਤਰ੍ਹਾਂ ਬਾਣੀ ਹੁੰਦੀ। ਦੋ ਤਰ੍ਹਾਂ, ਇੱਕ ਕਵਿਤਾ ਕਹਿ ਦਿੰਦੇ ਹਾਂ, ਇੱਕ ਵਾਰਤਕ ਕਹਿ ਦਿੰਦੇ ਹਾਂ। ਉਰਦੂ ਵਾਲੇ ਨਸਰ ਅਤੇ ਨਜ਼ਮ ਕਹਿੰਦੇ ਹਨ, ਵਾਰਤਕ ਨੂੰ ਨਸਰ ਕਹਿੰਦੇ ਹਨ। ਜਿਹੜਾ ਕਾਵਿ ਦੇ ਵਿੱਚ ਹੋਵੇ ਉਸ ਨੂੰ ਨਜ਼ਮ ਕਹਿੰਦੇ ਹਨ। ਸੋ ਗੁਰੂ ਸਾਹਿਬ ਜੀ ਨੇ ਬਾਣੀ ਜਿਹੜੀ ਹੈ ਉਹ ਕਾਵਿ ਦੇ ਵਿੱਚ ਰਚੀ ਹੈ। ਛੰਦਾਬੰਦੀ ਦਾ ਵੀ ਪੂਰਾ ਖਿਆਲ ਰੱਖਿਆ ਹੈ, ਅਲੰਕਾਰਾਂ ਦਾ ਵੀ ਪੂਰਾ ਖਿਆਲ ਰੱਖਿਆ ਹੈ, ਔਰ ਰਾਗਾਂ ਦਾ ਵੀ ਸਤਿਗੁਰੂ ਜੀ ਨੇ ਪੂਰਾ ਖਿਆਲ ਰੱਖਿਆ ਹੈ। ਇਸ ਕਰਕੇ ਅਨਵੈ ਕਰਕੇ ਮਹਾਰਾਜ ਬਾਣੀ ਉਚਾਰਨ ਕਰਦੇ ਹਨ। ਕਹਿੰਦੇ ਸੁਹਾਗਣੀ ਸਦਾ ਮੁਖ ਉਜਲਾ। ਸੁਹਾਗਣੀਆਂ ਦਾ ਸਦਾ ਹੀ ਮੁਖ ਉਜਲਾ ਹੈ। ਗੁਰ ਕੈ ਸਹਿਜ ਸੁਭਾਏ। ਕਹਿੰਦੇ ਸਹਿਜ ਸੁਭਾਅ ਹੀ, ਸੁਤੇ ਸਿੱਧ ਹੀ ਸੁਹਾਗਣੀਆਂ ਦਾ ਮੁਖ ਉਜਲਾ ਹੈ, ਕਿਉਂਕਿ ਉਹ ਗੁਰ ਕੈ, ਗੁਰੂ ਦੇ ਲੜ ਲੱਗੀਆਂ ਹਨ। ਗੁਰੂ ਦੁਆਰਾ ਉਹਨਾਂ ਨੂੰ ਉਹ ਉਜਲਾ ਮੁਖ ਕਰਨ ਦੀ ਮਰਜ਼ਾਦਾ ਆਈ ਹੈ, ਉਹ ਰੀਤੀ ਉਹਨਾਂ ਨੂੰ ਪਤਾ ਲੱਗੀ ਹੈ। ਸਦਾ ਪਿਰ ਰਾਵਹਿ ਆਪਣਾ, ਵਿੱਚੋਂ ਆਪ ਗਵਾਏ। ਉਹ ਸੁਹਾਗਣੀਆਂ ਸਦੀਵ ਕਾਲ ਆਪਣੇ ਪਿਰ ਪਰਮਾਤਮਾ ਵਾਹਿਗੁਰੂ ਜੀ ਨੂੰ ਰਾਵਦੀਆਂ ਭਾਵ ਪ੍ਰਾਪਤ ਕਰਦੀਆਂ ਹਨ। ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਹਨ। ਵਿੱਚੋਂ ਆਪ ਗਵਾਏ, ਆਪਾ ਭਾਵ ਗਵਾ ਕੇ। ਜਦੋਂ ਆਪਾ ਭਾਵ ਆ ਜਾਂਦਾ ਹੈ, ਜਬ ਹਮ ਹੋਤੇ
ਤਬ ਤੂੰ ਨਾਹੀਂ। ਜਦੋਂ ਸੂਖਮ ਤੋਂ ਸੂਖਮ ਵੀ ਮੈਂ ਦਾ ਖਿਆਲ ਹੁੰਦਾ ਹੈ, ਉਦੋਂ ਸਰੂਪ ਦਾ ਖਿਆਲ ਨਹੀਂ ਆਉਂਦਾ, ਪਰਮੇਸ਼ਰ ਦਾ ਅਨੁਭਵ ਨਹੀਂ ਹੁੰਦਾ। ਜਦੋਂ ਆਪਾ ਭਾਵ ਮਿਟਦਾ ਹੈ, ਉਦੋਂ ਸਰੂਪ ਦਾ ਹੀ ਖਿਆਲ ਹੁੰਦਾ ਹੈ। ਮਹਾਰਾਜ ਕਹਿੰਦੇ ਤਬ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਅਸੀਂ ਤਾਂ ਕਹਿ ਰਹੇ ਹਾਂ ਸਾਧ ਸੰਗਤ ਜੀ, ਸਿਰਫ ਬੋਲ ਰਹੇ ਹਾਂ। ਇਹ ਪੰਕਤੀ ਰਾਗੀ ਸਿੰਘ ਜਾਂ ਪਾਠੀ ਸਿੰਘ ਜਾਂ ਸਾਡੇ ਕਥਾਵਾਚਕ ਅਸੀਂ ਸਾਰੇ ਬੋਲ ਸਕਦੇ ਹਾਂ, ਪਰ ਜਿੱਥੇ ਇਹ ਖੇਡ ਪਹੁੰਚੀ ਹੋਈ ਹੈ ਪੰਕਤੀ ਦੀ, ਉਹ ਅਵਸਥਾ ਬਹੁਤ ਉੱਚੀ ਹੈ। ਅਸੀਂ ਤਾਂ ਬੋਲਣ ਜੋਗੇ ਹਾਂ ਵੀ ਹਾਂ ਜਬ ਹਮ ਹੋਤੇ ਤਬ ਤੂੰ ਨਾਹੀਂ। ਹਾਂਜੀ, ਅਤੇ ਉਹ ਤਾਂ ਹੁਣ ਅਬ ਤੂੰ ਹੀ ਮੈਂ ਨਾਹੀਂ, ਪਰ ਆਪਣੀ ਮੈਂ ਦਾ ਪਤਾ ਤਾਂ ਲੱਗ ਰਿਹਾ ਵੀ ਮੈਂ ਹਾਂ ਕਹਿਣ ਵਾਲਾ। ਇਸ ਕਰਕੇ ਹਉਮੈ ਕਰਕੇ ਮਹਾਰਾਜ ਕਹਿੰਦੇ ਨਹੀਂ ਗੱਲ ਬਣਦੀ। ਇਹ ਆਪਾ ਭਾਵ ਬਿਲਕੁਲ ਗਵਾਚ ਜਾਵੇ, ਇਹ ਸਮੇਟਿਆ ਜਾਵੇ, ਇਹੀ ਇੱਕ ਵੱਡੀ ਸਮੱਸਿਆ ਹੈ। ਹੋਰ ਤਾਂ ਸਮੱਸਿਆ ਹੀ ਕੋਈ ਨਹੀਂ, ਇਹੀ ਸਮੱਸਿਆ ਹੈ ਬਸ। ਜਿਤਨੀ ਸਾਧਨਾ ਹੁੰਦੀ ਹੈ, ਜਿਤਨਾ ਜਪ ਤਪ ਹੁੰਦਾ ਹੈ, ਧਰਮ ਕਰਮ ਹੁੰਦਾ ਹੈ, ਮੰਦਰ ਗੁਰਦੁਆਰੇ ਚਰਚ ਵਿੱਚ ਮਸੀਤ ਵਿੱਚ ਜੋ ਵੀ ਹੁੰਦਾ ਹੈ, ਸਹੀ ਮਾਇਨੇ 'ਚ ਜੇ ਹੋਵੇ ਤਾਂ ਇਸੇ ਸੁਰਮੇ ਨੂੰ ਪੀਸਣ ਵਾਸਤੇ ਹੁੰਦਾ। ਇਹੀ ਨਹੀਂ ਪੀਸਿਆ ਜਾਂਦਾ। ਜਿਵੇਂ ਕਹਿੰਦੇ ਨਾ ਵੀ ਸੁਰਮਾ ਪੀਸਣਾ, ਖਾਲਾ ਜੀ ਦਾ ਵਾੜਾ ਨਹੀਂ, ਖਲ ਦੇ ਵਿੱਚ ਸੁਰਮਾ ਪੀਸਣ ਵਾਲੇ ਬੜੀ ਮਿਹਨਤ ਕਰਕੇ ਪੀਸਦੇ ਆ। ਅੱਖਾਂ 'ਚ ਪਾਲਾ ਹੁੰਦਾ, ਜੇ ਮਾੜਾ ਜਿਹਾ ਵੀ ਮੋਟਾ ਰਹਿ ਜੇ ਅੱਖਾਂ ਦੇ ਵਿੱਚ ਬੜੀ ਰੜਕ ਮਾਰਦਾ ਸੁਰਮਾ। ਅਤੇ ਜਿਵੇਂ ਸੁਰਮਾ ਪੀਸਣਾ ਔਖਾ ਹੈ, ਇੱਦਾਂ ਸਾਧ ਸੰਗਤ ਜੀ ਉਹਦੇ ਨਾਲੋਂ ਵੀ ਕਿਤੇ ਕਈ ਲੱਖਾਂ ਗੁਣਾ ਔਖਾ ਆਪਣੇ ਆਪ ਨੂੰ ਪੀਸਣਾ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ, ਆਪੇ ਆਪ ਖਾਏ ਹਉ ਮੇਟੈ। ਆਪਣੇ ਆਪ ਨੂੰ ਆਪਾ ਖਾ ਜਾਵੇ। ਹੁਣ ਇੱਕ ਆਪਾ ਖਾਣ ਵਾਲਾ, ਇੱਕ ਆਪਾ ਖਾਧੇ ਜਾਣ ਵਾਲਾ, ਇੱਕ ਸ਼ਿਕਾਰੀ ਇੱਕ ਸ਼ਿਕਾਰ। ਹੁਣ ਜਿਹੜਾ ਆਪਾ ਸ਼ੁੱਧ ਸਰੂਪ ਹੈ, ਉਹ ਸ਼ੁੱਧ ਸਰੂਪ ਜਿਹੜਾ ਹੈ ਇਸ ਕਲਪਤ ਸਰੂਪ ਨੂੰ ਖਾ ਜਾਵੇ। ਜਿਹੜਾ ਕਲਪਨਾ ਨਾਲ ਬਣਿਆ ਹੋਇਆ ਸਾਡਾ ਸਰੀਰ ਦਾ ਸੰਘਾਤ ਬਣਿਆ ਹੋਇਆ ਪੰਜਾਂ ਤੱਤਾਂ ਦਾ, ਰਜੋ ਤਮੋ ਸਤੋ ਦਾ, ਅਤੇ ਉਹਦੇ ਵਿੱਚ ਫਿਰ ਜੀਵ ਰੂਪੀ ਅੰਤःਕਰਨ ਦੀ ਗੰਢ ਵੱਜੀ ਹੋਈ ਹੈ। ਉਹ ਗੰਢ ਖੁੱਲ੍ਹ ਜਾਵੇ ਅਤੇ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਬ੍ਰਹਮ ਹੀ ਬ੍ਰਹਮ ਹੈ। ਪਰ ਉਹ ਗੰਢ ਖੁੱਲ੍ਹਦੀ ਨਹੀਂ। ਸਾਰੀ ਸਾਧਨਾ, ਜਿੰਨੇ ਵੀ ਅੱਜ ਤੱਕ ਰਿਸ਼ੀ ਮੁਨੀ ਅਵਤਾਰ, ਸਾਧੂ ਸੰਤ ਮਹਾਤਮਾ ਗੁਰੂ ਭਗਤ ਸੰਤ ਫਕੀਰ ਹੋਏ ਨੇ, ਉਹ ਜਿੰਨਾ ਕੁਛ ਵੀ ਕਰਦੇ ਰਹੇ ਨੇ, ਉਹਨਾਂ ਦੇ ਸਾਹਮਣੇ ਇਹੀ ਦੀਵਾਰ ਸੀ, ਇਹੀ ਨਿਸ਼ਾਨਾ ਸੀ। ਬੜਾ ਔਖਾ ਕਿਸੇ ਦਾ ਬਿਟਿਆ ਹੋਵੇਗਾ, ਬੜਾ ਔਖਾ ਕੰਮ ਹੈ ਇਹ। ਸਾਹਿਬ ਜੀ ਕਹਿੰਦੇ ਸਦਾ ਪਿਰ ਰਾਵੈ ਆਪਣਾ, ਵਿੱਚੋਂ ਆਪ ਗਵਾਏ। ਆਪਾ ਭਾਵ ਗਵਾ ਕੇ ਮੈਂ ਹੈ ਹੀ ਨਹੀਂ ਤੂੰ ਹੀ ਹੈ, ਅਤੇ ਉਹ ਸਦਾ ਹੀ ਆਪਣੇ ਪਰਮੇਸ਼ਰ ਨੂੰ ਪਾ ਲੈਂਦੀਆਂ ਹਨ। ਮੇਰੇ ਮਨ ਤੂੰ ਹਰ ਹਰ ਨਾਮ ਧਿਆਏ, ਹੇ ਮੇਰੇ ਮਨ ਤੂੰ ਹਰ ਵੇਲੇ ਵਾਹਿਗੁਰੂ 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 ਜਪਿਆ ਕਰ। ਤੂੰ ਹੀ 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 ਤੂੰ ਹੀ, ਜਲਸ ਤੋਂ ਹੀ ਥਲਸ ਤੋਂ ਹੀ ਬਿਰਛਸ ਤੋਂ ਹੀ ਪਤਸ ਤੋਂ ਹੀ ਉਰਦਸ ਤੋਂ ਹੀ ਅਰਦਸ ਤੋਂ ਹੀ ਜਿਮੀ ਤੋਂ ਹੀ ਜਮਾ ਤੋਂ ਹੀ ਮਕੀ ਤੋਂ ਹੀ ਮਕਾਂ ਤੋਂ ਹੀ, ਹਰ ਜਗ੍ਹਾ 'ਤੇ ਤੂੰ ਹੀ ਤੂੰ। कबीर तू तू करता तू हुआ, मुझ में रहा ना हूँ। जब आपा पर का मिट गया, जत देखा तत तू। सदा पिर रावे अपना। ਉਹ ਇਸ ਤਰ੍ਹਾਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪ ਕੇ ਆਪਣੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੀਆਂ ਹਨ। ਸਤਿਗੁਰ ਮੋਕੋ ਹਰ ਦੀਆ ਬੁਝਾਏ। ਇਹ ਨਾਮ ਦੀ ਜਿਹੜੀ ਗੱਲ ਹੈ, ਇਹ ਵੀ ਸਤਿਗੁਰੂ ਹੀ ਬੁਝਾਉਂਦੇ ਹਨ। ਇਹ ਨਾਮ ਦੇ ਬਾਰੇ ਵੀ ਸਤਿਗੁਰੂ ਦੱਸ ਸਕਦੇ ਹਨ, ਔਰ ਸਤਿਗੁਰੂ ਸਦਾ ਸਦਾ ਤੋਂ ਹੀ ਕਾਇਮ ਹਨ।
ਇਸ ਸੰਸਾਰ ਦੇ ਵਿੱਚ ਉਹ ਸਰੀਰ ਧਾਰਨ ਕਰਕੇ ਸਤਿਗੁਰੂ ਸੰਸਾਰ ਨੂੰ ਦਰਸ਼ਨ ਦੇ ਕੇ ਸਿੱਧੇ ਰਸਤੇ ਪਾ ਕੇ ਸ਼ਬਦ ਰੂਪ ਵਿੱਚ, ਗੁਰਬਾਣੀ ਦੇ ਰੂਪ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਦਾ ਸਦਾ ਪ੍ਰਕਾਸ਼ਮਾਨ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਕਿਉਂਕਿ ਸਤਿਗੁਰੂ ਨਾ ਜੰਮਦਾ ਹੈ ਨਾ ਮਰਦਾ ਹੈ। ਗੁਰਬਾਣੀ ਵਰਤੀ ਚੌ ਯੁਗ ਅੰਤਰ, ਗੁਰਬਾਣੀ ਚੌਹਾਂ ਯੁਗਾਂ ਵਿੱਚ ਵਰਤੀ ਹੈ ਅਤੇ ਸਦਾ ਹੀ ਹੈ। ਉਹ ਸਤਿਗੁਰੂ ਮੋਕੋ ਹਰ ਦੀਆ ਬੁਝਾਏ। ਸਤਿਗੁਰੂ ਨੇ ਮੈਨੂੰ ਉਸ ਨਾਮ ਦੀ ਸੋਝੀ ਕਰਾਈ ਹੈ। ਰਹਾਓ ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਨੇ, ਦੁਹਾਗਣੀ ਖਰੀਆਂ ਬਿਲ ਲਾਂਦੀਆਂ ਤਿਨਾ ਮਹਿਲ ਨਾ ਪਾਏ। ਜਿਹੜੀਆਂ ਦਵੈਤ ਭਾਵ ਦੇ ਵਿੱਚ ਹਨ, ਜਿਨ੍ਹਾਂ ਦੀ ਦ੍ਰਿਸ਼ਟੀ ਦੂਜੇ ਭਾਵ ਵਿੱਚ ਲੱਗੀ ਹੋਈ ਹੈ, ਜੋ ਦਵੈਤ ਦੀ ਅਗਨੀ ਵਿੱਚ ਸੜ ਰਹੀਆਂ ਨੇ, ਦੋਹ ਅਗਨੀ ਦੋਹਾਗਣੀ, ਜੋ ਦਵੈਤ ਭਾਵ ਦੇ ਵਿੱਚ ਹਨ, ਉਹ ਖਰੀਆਂ ਬਹੁਤ ਜ਼ਿਆਦਾ ਬਿਰਲਾਉਂਦੀਆਂ ਹਨ, ਬਿਰਲਾਪ ਕਰਦੀਆਂ ਹਨ। ਖਰੀਆਂ ਦਾ ਅਰਥ ਪੰਜਾਬੀ ਵਿੱਚ ਖੜੀਆਂ ਵੀ ਹੁੰਦਾ, ਕਿਉਂਕਿ ਬ੍ਰਿਜ ਭਾਸ਼ਾ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਡਾੜੇ ਦੀ ਥਾਂ 'ਤੇ ਰਾਰਾ ਹੀ ਵਰਤੋਂ ਕੀਤਾ ਜਾਂਦਾ। ਡਾੜਾ ਅਤੇ ਰਾਰਾ, ਲੱਲਾ ਇਹ ਸਵਰਨੀ ਹਨ। ਵਾਵਾ ਅਤੇ ਬੱਬਾ ਸਵਰਨੀ ਹਨ। ਕਿਤੇ ਕਿਤੇ ਵਾਵੇ ਦੀ ਥਾਂ 'ਤੇ ਗੁਰਬਾਣੀ 'ਚ ਬੈਰਾਗ ਦੀ ਥਾਂ 'ਤੇ ਬੈਰਾਗ ਆ ਜਾਂਦਾ ਹੈ। ਸੋ ਸਵਰਨੀ ਅੱਖਰ ਉਹ ਹੁੰਦੇ ਹਨ ਜਿਹੜੇ ਇੱਕ ਦੀ ਥਾਂ 'ਤੇ ਦੂਜਾ ਵਰਤਿਆ ਜਾਵੇ ਬੋਲੀ ਦੇ ਹਿਸਾਬ ਨਾਲ। ਸੋ ਮਹਾਰਾਜ ਨੇ ਖਰੀਆਂ ਸ਼ਬਦ ਦਾ ਅਰਥ ਇੱਥੇ ਵੀ ਖੜੀਆਂ ਦਾ ਵੀ ਗੁਰਬਾਣੀ ਵਿੱਚ ਜਿਵੇਂ ਆਉਂਦਾ ਨਾ ਵੀ ਇੱਕ ਉੱਪਰ ਰਹਿਣ ਖੜੇ, ਜਾਂ ਖਰੇ ਸ਼ਬਦ ਉਹਦੀ ਥਾਂ 'ਤੇ ਗੁਰਬਾਣੀ 'ਚ ਆਉਂਦਾ ਹੈ ਖੜੇ ਹੋਣ ਦੇ। ਇਸੇ ਤਰ੍ਹਾਂ ਖਰੀਆਂ ਦਾ ਅਰਥ ਖੜੀਆਂ ਵੀ ਹੈ। ਉਹ ਖੜੀਆਂ ਆਪਣੇ ਪਰਮੇਸ਼ਰ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਬਿਰਲਾਪ ਕਰ ਰਹੀਆਂ ਹਨ, ਬਹੁਤ ਜ਼ਿਆਦਾ ਬਿਰਲਾਪ ਕਰ ਰਹੀਆਂ ਨੇ। ਖਰੀਆਂ ਦਾ ਇੱਕ ਇਹ ਵੀ ਦੂਜਾ ਅਰਥ ਇਹ ਹੈ ਵੀ ਬਹੁਤ ਜ਼ਿਆਦਾ ਉਹ ਬਿਰਲਾਪ ਕਰਦੀਆਂ ਹਨ। ਤਿਨਾ ਮਹਿਲ ਨਾ ਪਾਏ, ਉਹਨਾਂ ਨੂੰ ਆਪਣੇ ਪਰਮੇਸ਼ਰ ਵਾਹਿਗੁਰੂ ਪਤੀ ਦੇ ਸਰੂਪ ਦਾ ਪਤਾ ਨਹੀਂ ਲੱਗਦਾ, ਉਹਦੇ ਪਰਮੇਸ਼ਰ ਦੇ ਮਹਿਲ ਵਿੱਚ ਨਹੀਂ ਜਾ ਸਕਦੀਆਂ। ਦੂਜੇ ਭਾਏ ਕਰੂਪੀ ਦੁੱਖ ਪਾਵੇ ਅੱਗੇ ਜਾਏ। ਕਹਿੰਦੇ ਉਹ ਦੂਜੇ ਭਾਵ ਵਿੱਚ ਉਹ ਜਿਹੜੀ ਕਰੂਪੀਆਂ ਹਨ, ਭਾਵ ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬਹਿਣਾ। ਪਤੀ ਨੂੰ ਵਸ ਕਰਨ ਵਾਸਤੇ 16 ਸ਼ਿੰਗਾਰ 32 ਲੱਛਣ 64 ਕਲਾ ਹਨ, ਮੇਰੇ 'ਚ ਇੱਕ ਵੀ ਕੋਈ ਨਹੀਂ। ਤੋ ਦੂਜੇ ਭਾਵ 'ਚ ਫਸੀ ਹੋਈ ਹਾਂ, ਕਰੂਪੀ ਰੂਪ ਤੋਂ ਰਹਿਤ ਹਾਂ। ਦੁੱਖ ਪਾਵੇ ਅੱਗੇ ਜਾਏ, ਅੱਗੇ ਜਾ ਕੇ ਦੁੱਖ ਭੋਗੇਗੀ। ਇਸ ਜੀਵਾਤਮਾ ਨੂੰ ਜੇ ਪਰਮਾਤਮਾ ਦਾ ਵਸਲ ਪ੍ਰਾਪਤ ਨਾ ਹੋਇਆ ਤਾਂ ਫਿਰ ਇਹ 84 ਦੇ ਗੇੜੇ 'ਚ ਪੈ ਜਾਏਗੀ। ਚਾਰ ਪਾਵ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਵਾਹਿਗੁਰੂ ਤੋਂ ਬਿਨਾਂ ਪਤਾ ਨਹੀਂ ਕੀ ਬਣੇਗਾ ਇਸ ਜੀਵ ਦਾ। ਸੋ ਇਸ ਕਰਕੇ ਸਾਹਿਬ ਜੀ ਕਹਿੰਦੇ ਆ ਦੁੱਖ ਪਾਵੈ ਆਗੇ ਜਾਏ, ਅੱਗੇ ਜਾ ਕੇ ਦੁੱਖ ਪਾਉਣਗੀਆਂ। ਗੁਣਵੰਤੀ ਨਿਤ ਗੁਣ ਰਵੈ, ਹਿਰਦੈ ਨਾਮ ਵਸਾਏ। ਗੁਣਵੰਤੀ ਜਿਹੜੀ ਗੁਣਾਂ ਵਾਲੀਆਂ ਹਨ, ਮਹਾਰਾਜ ਨੇ ਪੰਜਵੇਂ ਪਾਤਸ਼ਾਹ ਜੀ ਨੇ ਗੁਣਵੰਤੀ ਉਚਾਰਨ ਕੀਤੀ ਸੂਹੀ ਰਾਗ ਦੇ ਵਿੱਚ। ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ ਮੈਂ ਪ੍ਰੀਤਮ ਦੇਉ ਮਿਲਾਏ ਜੀਓ। ਇਹ ਗੁਰਸਿੱਖਾਂ ਦੀ ਜਿਹੜੀ ਮਰਿਆਦਾ ਹੈ ਗੁਣਵੰਤੀਆਂ ਦੀ, ਉਸ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਨੇ ਸੂਹੀ ਰਾਗ ਵਿੱਚ ਲਿਖੀ ਹੈ। ਪਹਿਲਾਂ ਕੁਚਜੀ,
फिर सुचज्जी ते फिर गुणवंती। ये तिन्ने बाणियां इकट्ठियां लिखियां ने सूही राग दे विच। सो महाराज साहब जी इत्थे कहंदे गुणवंती नित गुण रवै, नित वाहिगुरू दे गुणां दा ख्याल करदी है, परमेश्वर दे गुणां दा चिंतन करदी है। जदों गुरबाणी पढ़दे हैं वाहिगुरू दे गुण ही तां गाए होए ने। जिन्नी गुरबाणी है महाराज श्री गुरु ग्रंथ साहब जी की, दसम ग्रंथ साहब जी की, भाई गुरदास जी की, भाई नंद लाल जी की, ये सारी महाराज की बाणी जिहड़ी है ये परमेश्वर दे ही गुण हैं, वो गाई जांदियां हैं। हिरदै नाम बसाए, अपने हिरदे विच वाहिगुरू परमेश्वर का नाम बसा के। औगणवंती कामणी दुख लागै बिल लाए। औगणवंती कामणी दूजे पासे जिहड़ियां औगण वालियां हन, कामणी भाव वासना दियां, आसा मनसा तृष्णा दियां शिकार हो चुकी है, जिन्हां दी कामना तृष्णा पूरी नहीं हुंदी। दुख लागै बिल लाए, उन्होंने दुख लगता तो बिरलाप करदियां, रोंदियां हन। सबना का पधार एक है स्वामी, कहना किछू ना जाए। अच्छा, पति भी सारियां दा इक्को ही है, सुहागना होण ते भावें दुहागना होण, गल ते उहदे कोल जाए बिना परमेश्वर दे कोलों किसे दी भी नहीं बननी। सबना का पधार एक है स्वामी, सारियां दा मालिक, क्योंकि उस तो बिना दे संसार ते कोई जी नहीं सकता। चोर है, डाकू है, बदमाश है, किसी तरह का भी कोई माड़े कर्मां वाला असी माड़े वाला समझते हैं ना, जो कुछ भी है उहदे विच भी तो जोत है वाहिगुरू दी। औगणवंतियां विच भी आप ही वसदा है, कहना किछू ना जाए, कुछ क्या नहीं जा सकता। आखो सतनाम श्री वाहिगुरू। देखो महाराज बचन भी कर देंदे है ते अपनी सुरत का पल्ला झाड़ के उपर भी लंघ जाते जी। असी उत्थे फस जाने, असी दुहागणियां नूं गालां ही कड्ढी जाणियां, असी दुहागणियां दी आलोचना उत्ते जिंदगी ला देनी सारी। महाराज गुरु अमरदास साहब जी नाले साडा ऑपरेशन करता सुरत का, ते अपने आप नूं विच लिपायमान नहीं किया, निर्लेपन। कहंदे सबना का अवतार एक है स्वामी, कहना किछू ना जाए, कुछ क्या नहीं जा सकता, सारियां विच आप वसदा है। नानक आपे वेख कीतियन, नामे लयन लाए। इत्थे वेख दा अर्थ करांगे वखरे वखरे विभाजन। वाहिगुरू ने सुहागणियां दुहागणियां दियां वखरियां वखरियां वनगियां जिहां पेश कीतियां, सुहागणा भी बनाईयां दुहागणा भी बनाईयां, क्योंकि दुहागणा ना होंदियां फिर सुहागणा की पछाण की होनी सी। आखो श्री वाहिगुरू। नामे लयन लाए, नाम च ला लियां, गुरमुखां नूं भगतां नूं संतां नूं भगती देती, संसारियां नूं संशय दे विच पाता। खेड सारी अपनी है, अखीर नूं तां अपने च मिलाएगा ही, कदी ना किरपा करेगा ही, क्योंकि खेड आप ही रची है, अपना पसारा आप ही पसारिया है। अपनी माया आप पसारी, आपे देखण हारा, नाना रूप धरे बहु रंगी, सब तेरा है न्यारा। इन्ने की बचन प्रवान कर लो जी। फतेह बुलाओ। वाहिगुरू जी का खालसा, वाहिगुरू जी की फतेह। रामकली महला तीजा। आनंद एक ओंकार सतगुर प्रसाद। आनंद पाया मेरी माए, सतगुरु मैं पाया, सतगुर तां पाया सहज सेती। मन वजियां वधाइयां, राग रतन परवार भरियां, शब्द गावण आईयां। शब्दो तां गावो हरि केरा, मन जिनी वसाया, कह नानक आनंद हो सतगुरु मैं पाया। ए मन मेरिया तू सदा रो हर नाल, हर नाल
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਭਾਵੇ। ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿ। ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈਸ ਅਨੰਦ ਸੁਣੋ ਵਡ ਭਾਗੀ ਹੋ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ ਬਿਨੁਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ। ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ। ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ